ਅਸੀਂ ਗੱਲ ਕਰ ਰਹੇ ਹਾਂ ਰੋਜ਼ਗਾਰ ਅਤੇ ਮੁਲਾਜ਼ਮਾਂ ਵਾਲੀ ਚੁਣੌਤੀ। ਨਵੀਂ ਸਰਕਾਰ ਦੇ ਲਈ ਕਿੰਨੀ ਵੱਡੀ ਚੁਣੌਤੀ ਰਹਿਣ ਵਾਲੀ। ਤੁਹਾਡੇ ਕੋਲ ਵੀ ਅਸੀਂ ਸਵਾਲ ਪੁੱਛਿਆ ਕਿ ਪੰਜਾਬ 'ਚ ਨਵੀਂ ਸਰਕਾਰ ਲਈ ਨੌਜਵਾਨਾਂ ਨੂੰ ਨੌਕਰੀ ਦੇਣਾ ਵੱਡੀ ਚੁਣੌਤੀ ਹੋਏਗਾ। ਇਸ ਉੱਪਰ ਤੁਸੀਂ SMS ਰਾਹੀਂ ਆਪਣੀ ਰਾਏ ਭੇਜ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ 6100 61 3535। ਪਹਿਲੇ ਕਾਲਰ ਸਾਡੇ ਨਾਲ ਜੁੜ ਗਏ ਨੇ ਪ੍ਰਗਟ ਸਿੰਘ ਮਾਨਸਾ ਤੋਂ। ਪ੍ਰਗਟ ਸਿੰਘ ਜੀ, ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ? नमस्ते। सब तो पहला तो मैं दसदा भी मैं किसी भी पार्टी ਨਾਲ ਸੰਬੰਧਿਤ नहीं हैगा जी। ठीक है। हेलो। हाँ जी, हाँ जी, अपनी गल रखो। सब तो पहला मैं दसना चाहना भी मैं किसी भी पार्टी ਨਾਲ ਸੰਬੰਧਿਤ नहीं हैगा। मैं काम बंदा गा जी। ठीक है। ਤੇ ਮੈਂ ਨੌਕਰੀ मतलब मैं जॉब अपनी प्राइवेट जॉब कर ਰਿਹਾ ਤੇ मतलब BEd ਕੀਤੀ ਹੋਈ ਹੈ ਮੈਂ ਜੀ। ਤੇ ਮੈਂ ਪਹਿਲਾਂ ਕਹਿਣਾ ਚਾਹੁੰਦਾ ਵੀ ਅਕਾਲੀ ਭਾਜਪਾ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇਗੀਆਂ, ਜਿਵੇਂ ਟੀਚਰ ਭਰਤੀ ਕਰੇ ਨੇ ਇਹਨਾਂ ਨੇ ਜੀ। ਤਾਂ ਉਹਦੇ ਵਿੱਚ ਕੀ ਕੀਤਾ ਟੈਟ 2014 ਚ ਲੀਕ ਹੋਇਆ ਸੀਗਾ ਤੇ ਉਹ ਬੰਦੇ ਜ਼ਿਆਦਾਤਰ ਭਰਤੀ ਹੋਏ ਨੇਗੇ ਤੇ ਉਹਨਾਂ ਨੇ ਕਦੇ ਵੀ ਕੋਈ ਲੀਕ ਪੇਪਰ ਉਹਨਾਂ ਨੇ ਕੈਂਸਲ ਨਹੀਂ ਕੀਤਾ। ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਪੇਪਰ ਲੀਕ ਹੋਏ ਤੇ ਉਹਨੂੰ ਕੈਂਸਲ ਕਰਤਾ ਸੀ, ਪਰ ਇਹਨਾਂ ਨੇ ਕਦੇ ਕੋਈ ਕੈਂਸਲ ਨਹੀਂ ਕੀਤਾ। ਤਾਂ ਇਸ ਤਰ੍ਹਾਂ ਦੇ ਬੰਦੇ ਭਰਤੀ ਕਰੇ ਨੇ ਜਿਹੜੇ ਅੱਗੇ ਜਾ ਕੇ ਕਿਸ ਤਰ੍ਹਾਂ ਪੜਾਉਣਗੇ ਉਹ ਆਪਾਂ ਨੂੰ ਪਤਾ ਹੀ ਹੈਗਾ। ਤਾਂ ਮੈਂ ਕਹਿਣਾ ਚਾਹਣਾਗਾ। ਠੀਕ ਹੈ ਪ੍ਰਗਟ ਜੀ, ਬਹੁਤ ਬਹੁਤ ਧੰਨਵਾਦ ਆਪਣੀ ਰਾਏ ਰੱਖਣ ਦੇ ਲਈ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ ਮੋਗਾ ਤੋਂ ਸਤਪਾਲ ਜੀ। ਸਤਪਾਲ ਜੀ, ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ? हाँ जी, स्वागत है सतपाल जी, अपनी राय रखो। हाँ जी, हाँ जी, सत श्री अकाल जी। सत श्री अकाल जी। मेरी बेनती है अपनी टीवी की आवाज बंद करके साडे नाल गल करोगे तो गल हो पाएगी ठीक तरह नाल। हाँ जी, टीवी की आवाज तो बंद है सर जी। हाँ जी, हाँ जी, दसो की कहना चाहुंदे हो सतपाल जी, अपनी राय रखो। हाँ जी, राय यही है जी जोड़ी अपना दूजा करे ना कैप्टन सरकार ने भी जिन्ने मतलब नौकरियां देवांगे क्योंकि परिवार नूं तो पक्का सही वादा है जी वो। हाँ जी, ठीक है, बहुत बहुत धन्यवाद। तुसी कह रहे हो कि वो सही बात है। बहुत बहुत धन्यवाद अपनी राय रखने ਲਈ। ਸਾਡੇ ਨਾਲ ਮਹਿਮਾਨ ਲਗਾਤਾਰ ਬਣੇ ਹੋਏ ਨੇ। ਇੱਕ ਮੈਂ ਪਹਿਲਾਂ ਪ੍ਰੈਕਟੀਕੈਲਿਟੀ ਤੇ ਆਉਣਾ ਚਾਹੁੰਦਾ। ਤਰਲੋਚਨ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਠੀਕ ਹੈ ਇਹ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਗਏ ਨੇ, ਤੁਸੀਂ ਕਿੰਨਾ ਵੈਸੇ ਮੰਨਦੇ ਹੋ ਪ੍ਰੈਕਟੀਕਲੀ ਕਿਹੜੀ ਚੀਜ਼ ਪੋਸੀਬਲ ਹੈ? ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਆਗੂ ਵੀ ਮੰਨਦੇ ਨੇ ਕਿ 4 ਲੱਖ ਨੌਕਰੀਆਂ ਤਾਂ ਪਿਛਲੇ ਹੁਣ ਤੱਕ ਕ੍ਰੀਏਟ ਹੋਈਆਂ, ਤਾਂ ਅੱਗੇ 20 ਲੱਖ ਦਾ ਵਾਅਦਾ ਉਹ ਵੀ ਕਰ ਰਹੇ ਹੈ। ਆਮ ਆਦਮੀ ਪਾਰਟੀ 25 ਲੱਖ ਦਾ ਵਾਅਦਾ ਕਰ ਰਹੀ ਹੈ, ਕਾਂਗਰਸ 50 ਲੱਖ ਤੋਂ ਉੱਪਰ ਦਾ ਵਾਅਦਾ ਕਰ ਰਹੀ ਹੈ। ਤਾਂ ਤੁਸੀਂ ਕਿੰਨਾ ਮੰਨਦੇ ਹੋ ਪ੍ਰੈਕਟੀਕਲੀ ਕਿੰਨਾ ਕੁ ਹੋ ਸਕਦਾ ਹੈ? ਇਹ ਤਾਂ ਬਹੁਤ ਵੱਡਾ ਆંકੜਾ। ਪ੍ਰੈਕਟੀਕਲੀ ਕੀ ਪੋਸੀਬਲ ਹੈ? ਬਲਵਿੰਦਰ ਜੀ, 20 ਲੱਖ 50 ਲੱਖ ਜਾਂ ਹਰੇਕ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਲਈ ਸਾਨੂੰ ਕਿੰਨਾ ਵੱਡਾ ਆਧਾਰ ਬਣਾਉਣਾ ਪਏਗਾ। ਸਰਕਾਰੀ ਨੌਕਰੀਆਂ ਜਾਂ ਆਪਾਂ ਮੋਟੇ ਤੌਰ ਤੇ ਕਹਿ ਲਈਏ ਵੱਧ ਤੋਂ ਵੱਧ 1 ਲੱਖ 1.5 ਲੱਖ ਪੋਸਟਾਂ ਖਾਲੀ ਹੋਣਗੀਆਂ। ਹਾਂਜੀ, ਉਹਦੇ ਤੇ ਵੀ ਜਿਹੜੇ ਇੰਪਲਾਈ ਲਾਏ ਨੇ ਪੰਜਾਬ ਸਰਕਾਰ ਨੇ, ਪਹਿਲਾਂ ਮੈਂ ਦੱਸ ਚੁੱਕਾ ਹਾਂ ਵੀ ਉਹ ਵੀ ਕੰਟਰੈਕਟ ਲਾਏ ਨੇ, ਕੋਈ 10,000 ਕੋਈ 15,000 ਤੇ ਜਿਹੜੇ 3 ਸਾਲ ਲਈ ਇਹ ਕਹਿੰਦੇ ਵੀ ਬੇਸਿਕ ਪੇ ਤੇ ਦੇਣਾ ਇਹਨਾਂ ਨੇ। ਸੋ ਬਾਕੀ ਜਿਹੜੇ 30,000 20 ਲੱਖ ਜਿਹੜੇ ਇਹ ਕਿੱਥੇ ਲਾਉਣਗੇ? ਉਹਦੇ ਲਈ ਤੁਸੀਂ ਆਪ ਸੋਚੋ ਵੀ ਇੰਡਸਟਰੀ ਡਿਵੈਲਪ ਕਰਨੀ ਪਏਗੀ। ਹੁਣ ਸਾਥੀ ਮੇਰੇ ਕਹਿੰਦੇ ਨੇ ਵੀ ਸਕਿਲਡ ਅਸੀਂ ਤਿਆਰ ਕਰਾਂਗੇ ਯੂਥ ਨੂੰ। ਸਕਿੱਲ ਤਿਆਰ ਕਰਨ ਲਈ ਪਹਿਲਾਂ ਯੂਥ ਨੂੰ ਕਿੰਨੀ ਟ੍ਰੇਨਿੰਗ ਦੇਣੀ ਪਏਗੀ, ਉਹ ਟ੍ਰੇਨਿੰਗ ਦੇਣ ਤੋਂ ਬਾਅਦ ਉਹ ਸਕਿੱਲ ਨੂੰ ਵਰਤਣਾ ਕਿੱਥੇ ਹੈ। ਸੋ ਮੈਨੂੰ ਲੱਗਦਾ ਵੀ ਸਾਰਾ ਕੁਝ ਹਨੇਰੇ 'ਚ ਹੈ। ਸਾਰੀਆਂ ਪਾਰਟੀਆਂ ਨੇ ਯਤਨ ਕੀਤਾ ਕਿਉਂਕਿ ਇਸ ਵਾਰ ਯੂਥ ਅੱਧ ਤੋਂ ਵੱਧ ਵੋਟਾਂ ਸੀ। ਇਹਨਾਂ ਦੇ ਯਤਨ ਇਹ ਸੀ ਵੀ ਵੋਟਰ ਜਿਹੜੇ ਯੂਥ ਹੈ ਉਹਨੂੰ ਵੱਧ ਤੋਂ ਵੱਧ ਇਹ ਭਰੋਸਾ ਦਿੱਤਾ ਜਾਵੇ ਵੀ ਤੁਹਾਨੂੰ ਅਸੀਂ ਆਉਂਦੇ ਆ ਤੁਹਾਡੇ ਮੂੰਹ 'ਚ ਰੋਟੀ ਪਾ ਦਾਂਗੇ, ਤੁਹਾਨੂੰ ਨੌਕਰੀ ਦੇ ਦਾਂਗੇ। ਪਰ ਇਹਦੇ ਲਈ ਬਹੁਤ ਵੱਡਾ ਕੰਮ ਕਰਨ ਦੀ ਲੋੜ ਹੈ। ਜਿਹੜੇ ਮੁਲਾਜ਼ਮ ਬਲਵਿੰਦਰ ਜੀ ਕੰਮ ਕਰਦੇ ਨੇ ਉਹ ਵੀ ਰੋ ਰਹੇ ਨੇ। ਜਿਵੇਂ ਫਾਰ ਐਗਜ਼ਾਮਪਲ ਇਹ 10 ਸਾਲਾਂ ਬਾਅਦ ਇੱਕ ਹਿੰਦੁਸਤਾਨ ਸਰਕਾਰ ਦਾ ਫਾਰਮੂਲਾ ਹੈ ਵੀ 10 ਸਾਲਾਂ ਬਾਅਦ ਮੁਲਾਜ਼ਮਾਂ ਦੇ ਪੇ ਰਿਵੀਜ਼ਨ ਕਰਨੀ ਹੈ। ਸੈਂਟਰ ਗਵਰਨਮੈਂਟ ਨੇ 7ਵੇਂ ਤਨਖਾਹ ਕਮਿਸ਼ਨ ਦੀ ਪੇ ਰਿਵਾਈਜ਼ ਕਰਕੇ ਅਗਸਤ 2016 ਚ ਆਪਣੇ 1 ਕਰੋੜ ਦੇ ਕਰੀਬ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਸੋਧੀਆਂ ਪੈਨਸ਼ਨਾਂ ਤੇ ਤਨਖਾਹਾਂ ਦੇ ਦਿੱਤੀਆਂ। ਪਰ ਪੰਜਾਬ ਸਰਕਾਰ ਨੇ ਦਸੰਬਰ 2016 ਚ ਜਿਹੜਾ ਆਪਣਾ 6ਵਾਂ ਤਨਖਾਹ ਕਮਿਸ਼ਨ ਬਿਠਾਇਆ, ਉਹ ਇੱਕ ਤਨਖਾਹ ਕਮਿਸ਼ਨ 2 ਸਾਲ ਘੱਟੋ ਘੱਟ ਉਹਨੂੰ ਆਪਣੀ ਰਿਪੋਰਟ ਤਿਆਰ ਕਰਨੀ ਲੱਗੇਗੀ। ਸੋ ਮੁਲਾਜ਼ਮ ਰੋ ਰਹੇ ਨੇ ਵੀ ਜਿਹੜੀ ਸਾਡੀ ਰਿਵੀਜ਼ਨ 1 ਜਨਵਰੀ 2016 ਤੋਂ ਹੋਣੀ ਸੀ, ਪੇ ਕਮਿਸ਼ਨ ਬਿਠਾਇਆ ਦਸੰਬਰ 2016 ਚ, ਤੇ ਸਾਨੂੰ ਰਿਵੀਜ਼ਨ ਕਿੱਥੋਂ ਮਿਲੇਗੀ? ਸੋ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਨੇ, ਦੇਖੋ ਇਹ ਸਾਰੀਆਂ ਫਾਈਨਾਂਸ ਨਾਲ ਜੁੜੀਆਂ ਨੇ। ਜਦੋਂ ਫਾਈਨਾਂਸ ਇਹ ਵਿੱਤੀ ਤੌਰ ਤੇ ਇੰਨੇ ਵੀਕ ਹੈ, ਪੰਜਾਬ ਦੇ ਖਜ਼ਾਨਿਆਂ ਦੀ ਗੱਲ ਕਰ ਲਈਏ, ਜਿਹੜੇ ਰਿਟਾਇਰੀ ਮੁਲਾਜ਼ਮ ਨੇ ਉਹਨਾਂ ਨੂੰ ਬਲਵਿੰਦਰ ਦੀ 4-4 5-5 ਮਹੀਨੇ ਫਾਈਨਲ ਪੇਮੈਂਟ ਲੈਣ ਲਈ ਉਡੀਕ ਕਰਨੀ ਪੈਂਦੀ, ਬਿੱਲ ਪੈਂਡਿੰਗ ਨੇ। ਇਸੇ ਤਰ੍ਹਾਂ ਮੁਲਾਜ਼ਮਾਂ ਦੇ ਅਫਸਰਾਂ ਦੇ ਹੋਰ ਜਿਹੜੀਆਂ ਅਦਾਇਗੀਆਂ ਨੇ 2300 ਕਰੋੜ ਰੁਪਏ ਦੀਆਂ ਅਦਾਇਗੀਆਂ ਦੇ ਬਿੱਲ ਜਿਹੜੇ ਨੇ
ਪੰਜਾਬ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ 'ਚ ਪੈਂਡਿੰਗ ਪਏ ਨੇ। ਸੋ ਮੈਂ ਸਮਝਦਾ ਬੜਾ ਇਹ ਗੰਭੀਰ ਮੁੱਦਾ ਆ। ਠੀਕ ਹੈ, ਇਹਨਾਂ ਨੇ ਵਾਅਦੇ ਕੀਤੇ ਆ, ਪਾਰਟੀਆਂ ਬਹੁਤ ਸਿਆਣੀਆਂ ਨੇ, ਕੋਈ ਸੋਚ ਕੇ ਇਹਨਾਂ ਕੀਤਾ ਹੋਏਗਾ, ਪਰ ਮੈਂ ਸਮਝਦਾ, ਮੈਂ ਤਾਂ ਫਿਰ ਉਹੀ ਗੱਲ ਕਹਿੰਦਾ ਵੀ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ, ਜਿਹੜੀ ਪਾਰਟੀ ਆਉਂਦੀ ਹੈ। ਠੀਕ ਹੈ ਜੀ, ਮੈਂ ਇੱਕ ਵਾਰ ਫਿਰ ਤੋਂ ਪਾਰਟੀਆਂ ਵਾਲਾ ਪੰਜਾਬ ਤੋਂ ਬੇਰੁਜ਼ਗਾਰੀ ਦੂਰ ਕਰ ਦੇਣਾ। ਠੀਕ ਹੈ ਜੀ, ਠੀਕ ਹੈ ਗੁਰਪ੍ਰਤਾਪ ਜੀ। ਹੁਣ ਦੇਖੋ ਗੱਲ ਤਾਂ ਸਾਰੀ ਪ੍ਰੈਕਟੀਕੈਲਿਟੀ ਦੀ ਹੈ, ਮੈਨੂੰ ਪ੍ਰੈਕਟੀਕੈਲਿਟੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਗੁਰਵਿੰਦਰ ਜੀ, ਮੈਨੂੰ ਖੁਸ਼ੀ ਹੈ ਕਿ ਇਹ ਜਿਹੜੀ ਹੈ ਮਨਜੀਤ ਸਿੰਘ ਰਾਏ ਜੀ ਨੇ ਵੀ ਇਹ ਗੱਲ ਕੀਤੀ ਹੈ ਕਿ ਸਾਰੀਆਂ ਜਿਹੜੀ ਇੰਪਲੋਇਮੈਂਟ ਹੈ ਉਹ ਸਰਕਾਰੀ ਨਹੀਂ ਦਿੱਤੀ ਜਾ ਸਕਦੀ, ਹੋਰ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਲੱਭਣੇ ਪੈਣਗੇ। ਤੇ ਸਾਡੇ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਉਹ ਇਹੋ ਗੱਲ ਕਰ ਰਹੇ ਸੀ ਵੀ ਸਾਰੀਆਂ ਸਰਕਾਰੀ ਨੇ, ਸਰਕਾਰੀ ਨਹੀਂ ਹੈਗੀ। ਸਰਕਾਰੀ ਦੇਖੋ, ਸਰਕਾਰੀ ਨੌਕਰੀਆਂ ਦੇਣ ਦੀ ਇੱਕ ਸੀਮਾ ਹੈ, ਉਸ ਤੋਂ ਵੱਧ ਸਰਕਾਰੀ ਨੌਕਰੀ ਦਿੱਤੀ ਨਹੀਂ ਜਾ ਸਕਦੀ। ਉਸ ਤੋਂ ਬਾਅਦ ਜਿਹੜਾ ਇੰਪਲੋਇਮੈਂਟ ਜਿਹੜੀ ਹੈਗੀ ਆ ਉਹ ਮੈਂ ਜਿੱਦਾਂ ਪਹਿਲਾਂ ਕਿਹਾ ਸੀਗਾ ਡਿਫਰੈਂਟ ਸੈਕਟਰਸ ਹੈ। ਇੰਡਸਟਰੀ ਲਿਆਉਣੀ ਪਏਗੀ, ਇੰਡਸਟਰੀ ਜਿਹੜੀ ਹੈਗੀ ਆ ਉਹਨਾਂ 'ਚ ਇੰਪਲੋਇਮੈਂਟ ਕਰਨੀ ਪਏਗੀ। ਯੂਥ ਨੂੰ ਆਪਣੇ ਆਪ ਜਨਰੇਟ ਕਰ ਸਕਣ, ਜਿਹੜੀ ਨੌਕਰੀ ਆਪ ਜਿਹੜੀ ਹੈਗੀ ਸੈਲਫ ਜਨਰੇਸ਼ਨ ਕਰਨ, ਉਹ ਕਰਨਾ ਪਏਗਾ। ਐਗਰੀਕਲਚਰ ਨੂੰ ਰਿਵਾਈਵ ਕਰਨਾ ਪਏਗਾ ਤਾਂ ਕਿ ਉਹ ਐਗਰੀਕਲਚਰ 'ਚ ਸਹਾਇਕ ਧੰਦੇ ਜਿਹੜੇ ਨੇ ਕਰ ਸਕਣ। ਐਗਰੀਕਲਚਰ ਜਿਹੜੀ ਨੈਗੇਟਿਵ ਗਰੋਥ ਹੈ ਉਹਨੂੰ ਪੋਜ਼ਿਟਿਵ ਕਰਨਾ ਪਏਗਾ, ਉਹਦੇ ਵਿੱਚ ਡਿਵਰਸੀਫਿਕੇਸ਼ਨ ਕਰਨੀ ਪਏਗੀ। ਦੇਖੋ ਇਹ ਜਿਹੜਾ ਹੈ ਇਹ ਸਾਰਾ ਅਸੀਂ ਇੱਕ ਜਦੋਂ ਅਸੀਂ ਕਹਿੰਦੇ ਆ ਕਿ ਸਾਰੀ ਨੌਕਰੀਆਂ ਜਿਹੜੀਆਂ ਨੇ ਸਰਕਾਰੀ ਕਿਵੇਂ ਦੇ ਜਾਣਗੇ, ਇਹ ਮੇਰੇ ਹਿਸਾਬ ਨਾਲ ਜਾਂ ਤੇ ਉਹਨਾਂ ਨੂੰ ਪ੍ਰੋਪਰ ਗੱਲ ਸਮਝ ਨਹੀਂ ਆਉਂਦੀ ਜਾਂ ਉਹ ਗੱਲ ਨੂੰ ਇਹ ਸੀਰੀਅਸਲੀ ਲੈਂਦੇ ਨਹੀਂ ਹੈਗੇ। ਹੁਣ ਜਿੱਦਾਂ 2012 ਦਾ ਮੈਨੀਫੈਸਟੋ ਸੀ ਅਕਾਲੀ ਦਲ ਦਾ, ਉਹਦੇ 'ਚ ਇਹਨਾਂ ਨੇ 15 ਲੱਖ ਜਿਹੜੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮੈਨੂੰ ਇਹ ਦੱਸ ਦੇਣ ਕਿੰਨੀਆਂ ਇਹਨਾਂ ਨੇ ਨੌਕਰੀਆਂ ਦਿੱਤੀਆਂ। ਚਲੋ ਮੈਂ ਦੂਸ਼ਣਬਾਜ਼ੀ ਤੇ ਨਹੀਂ ਜਾਣਾ ਚਾਹੁੰਦਾ। ਮੈਂ ਗੁਰਪ੍ਰਤਾਪ ਜੀ, ਮੇਰੀ ਬੇਨਤੀ ਸਭ ਨੂੰ ਹੀ ਹੈ, ਦੇਖੋ ਮੈਂ ਲੋਕ ਜਾਣਨਾ ਚਾਹੁੰਦੇ ਆ, ਲੋਕ ਤੁਹਾਨੂੰ ਦੇਖ ਰਹੇ ਆ ਹੁਣ ਤੱਕ, ਕਿਉਂਕਿ ਇਲੈਕਸ਼ਨ ਹੋ ਚੁੱਕੀਆਂ, ਹੁਣ ਕੋਈ ਫਾਇਦਾ ਨਹੀਂ ਹੈ ਗੱਲਾਂ ਕਹਿਣ ਦਾ ਕਿਸ ਨੇ ਕਦੋਂ ਕੀ ਕੀਤਾ। ਮੇਰੀ ਬੇਨਤੀ ਹੈ ਤੁਸੀਂ ਲੋਕਾਂ ਨੂੰ ਇਹ ਸਮਝਾ ਦਿਓ ਤੁਸੀਂ ਕਿਸ ਤਰ੍ਹਾਂ ਕਰੋਗੇ ਸਭ ਨੂੰ, ਤੁਹਾਡਾ ਰੋਡ ਮੈਪ ਕੀ ਹੋਏਗਾ, ਜਿਹੜੇ ਮੌਜੂਦਾ ਮੁਲਾਜ਼ਮ ਹੈ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਤੁਸੀਂ ਜਿਹੜਾ ਹੈ ਤਨਖਾਹਾਂ ਦੇ ਸਕੋਗੇ, ਰੈਗੂਲਰ ਤਨਖਾਹਾਂ ਦੇ ਸਕੋਗੇ, ਜਿਹੜੇ ਕੱਚੇ ਉਹਨਾਂ ਨੂੰ ਕਿੰਨਾ ਪੱਕੇ ਕਰ ਸਕੋਗੇ। ਇਹ ਲੋਕ ਜਾਣਨਾ ਚਾਹੁੰਦੇ, ਬਸ ਇਹ ਚੀਜ਼ ਤੁਹਾਡੇ ਤੋਂ ਸੁਣਨੇ ਚਾਹੁੰਦੇ ਆ ਸਾਰੇ ਲੋਕ। ਹਾਂਜੀ ਬਲਵਿੰਦਰ ਜੀ, ਇਹਦੇ 'ਚ ਇਸ ਤਰ੍ਹਾਂ ਹੈ, ਦੇਖੋ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੈ ਉਹਨੂੰ ਮਿਸਮੈਨੇਜਮੈਂਟ ਨੂੰ ਹੀ ਠੀਕ ਕਰ ਲਈਏ ਤੇ ਪੰਜਾਬ ਦਾ ਜਿਹੜਾ ਐਕਸਚੈਕਰ ਹੈਗਾ ਉਹ ਕਾਫੀ ਹੱਦ ਤੱਕ ਜਿਹੜਾ ਹੈ ਪੋਜ਼ਿਟਿਵ ਸਰਪਲਸ ਹੋ ਜਾਂਦਾ ਹੈ। ਉਹਦੇ ਨਾਲ ਜਿੰਨੀਆਂ ਜਿਹੜਾ ਇਸ ਵੇਲੇ ਬਹੁਤ ਜਿਹੜਾ ਖਰਚਾ ਇੰਟਰਸਟ ਰੀਪੇਮੈਂਟ ਤੇ ਜਾ ਰਿਹਾ ਹੈ ਉਹ ਅਸੀਂ ਬਚਾ ਸਕਦੇ ਹਾਂ। ਪ੍ਰੋਡਕਟਿਵ ਐਸੈਟ ਕ੍ਰੀਏਸ਼ਨ ਕੀਤੀ ਜਾ ਸਕਦੀ ਹੈ। ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਆਪਾਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਾਂਗੇ। ਇਨਫਰਾਸਟ੍ਰਕਚਰ ਬਹੁਤ ਵੱਡਾ ਇੰਪਲੋਇਰ ਜਿਹੜਾ ਹੈ ਉਹ ਬਣਦਾ ਹੈ, ਠੇਕੇਦਾਰ ਹੁੰਦੇ ਨੇ, ਠੇਕੇਦਾਰ ਦੇ ਇੰਪਲੋਈ ਹੁੰਦੇ ਨੇ, ਸਾਰਾ ਕੁਝ ਬਹੁਤ ਵੱਡਾ ਇੱਕ ਪੈਰਾਫਰਨੀਲੀਆ ਚੱਲਦਾ ਹੈਗਾ। ਇਸੇ ਤਰੀਕੇ ਨਾਲ ਜਿੱਦਾਂ ਮੈਂ ਇਹ ਹੈ ਜਿਹੜਾ ਇਹ ਸਾਰੇ ਨੂੰ ਆਪਾਂ ਇੱਕ ਹੋਲਿਸਟਿਕ ਵਿਊ ਦੇਣਾ ਪਏਗਾ। ਇੱਕ ਜਿਹੜਾ ਮਾਈਕਰੋ ਗਵਰਨਮੈਂਟ ਇੰਪਲੋਇਮੈਂਟ ਦੀ ਨਹੀਂ ਦੇਖ ਸਕਦੇ, ਇੱਕ ਹੋਲਿਸਟਿਕ ਜਿਹੜਾ ਵਿਊ ਅਸੀਂ ਇਹ ਲਿਆ ਹੈਗਾ ਕਿ ਸਾਨੂੰ ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ ਤਿੰਨਾਂ ਏਰੀਆ 'ਚ ਕਰਨੀ ਪਏਗੀ। ਔਰ ਸਭ ਤੋਂ ਵੱਧ ਜਿਹੜਾ ਇੰਪਲੋਇਰ ਕਿਤੇ ਵੀ ਦੁਨੀਆ ਦੇ ਵਿੱਚ ਹੈਗਾ ਉਹ ਇੰਡਸਟਰੀ ਹੈ। ਸਾਨੂੰ ਇੰਡਸਟਰੀ ਲਿਆਉਣੀ ਪਏਗੀ ਔਰ ਇੰਡਸਟਰੀ ਦਾ এনवायरमेंट ਕ੍ਰੀਏਟ ਕਰਕੇ ਅਸੀਂ ਵੱਧ ਤੋਂ ਵੱਧ ਜਿਸ ਤਰ੍ਹਾਂ ਗੁਰਪ੍ਰਤਾਪ ਜੀ, ਜਿਸ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਵੇਲੇ ਸਭ ਕੁਝ ਜਿਹੜਾ ਹੈ ਮਿਸਮੈਨੇਜ ਹੈ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਫਾਈਨਾਂਸ ਸੈਕਟਰ ਤੋਂ ਲੈ ਕੇ ਨੌਕਰੀਆਂ, ਤੁਸੀਂ ਕਿੰਨਾ ਆਪਣਾ ਮੰਨਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਲਾਨ ਤਿਆਰ ਕੀਤਾ, ਕਿੰਨੀ ਦੇਰ 'ਚ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਕੁਝ ਜਿਹੜਾ ਹੈ ਲੀਹਾਂ ਤੇ ਆਉਣਾ ਸ਼ੁਰੂ ਹੋ ਜਾਏਗਾ, ਲੋਕਾਂ ਨੂੰ ਅਸਲ 'ਚ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਜਾਣਗੀਆਂ? ਦੇਖੋ ਚੁਣੌਤੀ ਬਹੁਤ ਵੱਡੀ ਹੈ। ਜਿਵੇਂ ਮੈਂ ਪਹਿਲਾਂ ਐਸਓਜੈਮ ਦੀ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ ਹੈਗਾ, ਇਹ ਇਕਨੋਮੀ ਜਿਹੜੀ ਹੈ ਉਹ ਬਹੁਤ ਸਲੋ ਡਾਊਨ ਹੋਈ ਹੈ। ਇਹਨੂੰ ਦੁਬਾਰਾ ਲੀਹਾਂ ਤੇ ਲਿਆਉਣ ਦਾ ਜਿਹੜਾ ਹੈ ਉਹ ਕੰਮ ਕਰਨਾ ਪਏਗਾ ਔਰ ਇਹ ਬੜੀ ਵੱਡੀ ਚੁਣੌਤੀ ਹੈ। ਇਹ ਜਿਹੜੀ ਸਾਰੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਪਏਗੀ, ਜਿਹੜੀ ਪਿਲਫਰੇजेस ਨੇ ਉਹ ਰੋਕਣੀਆਂ ਪੈਣਗੀਆਂ ਔਰ ਜਿਹੜੀ ਸਾਰੀ ਕੰਸੋਲੀਡੇਸ਼ਨ ਜਿਹੜੀ ਹੈਗੀ ਆ ਉਹ ਐਕਸਚੈਕਰ 'ਚ ਲਿਆ ਕੇ ਔਰ ਜਿਸ ਤਰ੍ਹਾਂ ਤੁਹਾਡੀ ਪਾਰਟੀ ਨੇ ਇੱਕ ਨਸ਼ੇ ਨੂੰ ਲੈ ਕੇ ਵਾਅਦਾ ਕੀਤਾ 4 ਹਫ਼ਤਿਆਂ ਵਾਲਾ, ਕਿ ਇਸ ਨੂੰ ਵੀ ਇਸ ਮਾਮਲੇ 'ਚ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਸਕਦੇ ਹੋ, ਕੋਈ ਟਾਈਮ ਫਰੇਮ ਆਪਣੀ ਸਰਕਾਰ ਦਾ ਤੈਅ ਕਰ ਸਕਦੇ ਹੋ ਜੇ ਆਉਂਦੀ ਹੈ ਤਾਂ? ਦੇਖੋ ਜਿਹੜਾ 2500 ਰੁਪਇਆ ਜਿਹੜਾ ਅਸੀਂ ਅਨਐਮਪਲੋਇਡ ਯੂਥ ਨੂੰ ਜਿਹੜਾ ਹੈ ਭੱਤਾ ਦੇਣ ਦੀ ਗੱਲ ਹੈਗੀ ਹੈ, ਉਹ ਅਸੀਂ ਪਹਿਲੇ 6 ਮਹੀਨੇ ਦੇ ਅੰਦਰ ਸ਼ੁਰੂ ਕਰ ਦੇਣਾ ਹੈਗਾ। ਜਿਵੇਂ ਉਹਨਾਂ ਨੂੰ ਇੰਪਲੋਇਮੈਂਟ ਦਿੱਤੀ ਜਾਏਗੀ, ਮਿਲਦੀ ਜਾਏਗੀ, ਉਹ ਜਿਹੜਾ ਭੱਤਾ ਜਿਹੜਾ ਹੈ ਉਹ ਬੰਦ ਹੋ ਜਾਏਗਾ। ਇਹ ਕਿਉਂਕਿ ਜਿਹੜੀ ਇੰਡਸਟਰੀ ਲਿਆਉਣੀ ਉਹ ਓਵਰਨਾਈਟ ਹੋ ਨਹੀਂ ਸਕਦਾ। ਇੰਡਸਟਰੀ ਲਿਆਉਣ ਦਾ ਇੱਕ ਜੈਸਟੇਸ਼ਨ ਪੀਰੀਅਡ ਹੈ। ਇੰਡਸਟਰੀ ਆਏਗੀ, ਲੱਗੇਗੀ, ਇੰਪਲੋਇਮੈਂਟ ਜਨਰੇਟ ਹੋਏਗੀ।
ਉਸ ਤੋਂ ਬਾਅਦ ਇਹ ਸਾਰਾ ਜਿਹੜਾ ਕੰਮ ਚੱਲਣਾ ਇਟ ਹੈਜ਼ ਅ ਜਸਟੇਸ਼ਨ ਪੀਰੀਅਡ। ਲੇਕਿਨ ਸਾਡਾ ਇਹ ਵਾਅਦਾ ਹੈ ਕਿ ਜਿਹੜਾ ਜਿੰਨਾ ਚਿਰ ਉਹਨਾਂ ਨੂੰ ਇੰਪਲੋਇਮੈਂਟ ਨਹੀਂ ਮਿਲਦੀ ਅਸੀਂ 2500 ਰੁਪਏ ਜਿਹੜਾ ਅਨਇੰਪਲੋਇਮੈਂਟ ਭੱਤਾ ਉਹ ਸ਼ੁਰੂ ਕਰਾਂਗੇ ਵਿਦਿਨ 6 ਮੰਥਸ। ਪਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਪੈਸੇ ਸਰਕਾਰ ਕੋਲ ਤਾਂ ਹੈ ਨਹੀਂਗੇ। ਇਹੋ ਮੈਂ ਕਹਿ ਆਪਦੇ ਕੋਲੋਂ ਲਾਉਣ ਕੇ ਜਿਹੜੀਆਂ ਪਿਲਫਰੇਜਸ ਨੇ ਮੈਂ ਗੱਲ ਕੀਤੀ ਜੀ। ਵੇਖੋ ਇਹ ਪਿਲਫਰੇਜਸ ਹੈਗੀਆਂ ਨੇ ਸੰਗਤ ਦਰਸ਼ਨ ਤੇ ਇਹ ਸਭ ਤੋਂ ਵੱਡਾ ਜਿਹੜਾ ਪਿਲਫਰੇਜ ਹੈਗੀ ਉਹ ਸੰਗਤ ਦਰਸ਼ਨ ਸੀਗੀ। ਕਈ ਫੰਡ ਨੇ ਜਿਹੜੇ ਕਿ ਸਟੇਟ ਐਕਸਚੇਕਰ ਦੇ ਵਿੱਚੋਂ ਬਾਹਰ ਹੈਗੇ ਨੇ ਉਹਨਾਂ ਨੂੰ ਯੂਜ਼ ਕਰਕੇ ਇਹ ਬਾਹਰੋਂ ਬਾਹਰ ਜਿਹੜਾ ਯੂਜ਼ ਕਰਦੇ ਨੇ। ਸੀਏਜੀ ਨੇ ਵੀ ਕਿਹਾ ਹੈਗਾ ਕਿ ਉਹਦੇ ਤੇ ਕੋਈ ਆਡਿਟ ਨਹੀਂ ਹੈਗਾ। ਤਰਲੋਚਨ ਜੀ ਇਹ ਮੇਰੀ ਗੱਲ ਨਾਲ ਸਹਿਮਤ ਹੋਣਗੇ ਕਿ ਜਿਹੜੀਆਂ ਜਦੋਂ ਇਹ ਪਿਲਫਰੇਜਸ ਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਸਟੇਟ ਐਕਸਚੇਕਰ ਤੇ ਜਿਹੜਾ ਇਹ ਅਸੀਂ ਇੰਨਾ ਸਰਪਲਸ ਹੋ ਜਾਂਦਾ ਤੁਸੀਂ ਕਹਿ ਰਹੇ ਹੋ ਸਹੀ ਪਾਸੇ ਨਹੀਂ ਲੱਗ ਰਿਹਾ, ਅਸੀਂ ਸਹੀ ਪਾਸੇ ਲਾਵਾਂਗੇ। ਠੀਕ ਹੈ ਠੀਕ ਹੈ ਧਾਰਨੀ ਸਾਹਿਬ ਦੇਖੋ ਇਹ ਜਿਹੜਾ ਗੱਲ ਇਹ ਕੀ ਜਾ ਰਹੀ ਕਿ ਜਿਹੜਾ ਪੈਸਾ ਸਰਕਾਰ ਕੋਲੇ ਹੈਗਾ ਪਰ ਉਹ ਸਹੀ ਤਰੀਕੇ ਨਾਲ ਲੱਗ ਨਹੀਂ ਰਿਹਾ, ਉਹ ਸਹੀ ਪਾਸੇ ਲੱਗੇਗਾ ਤਾਂ ਸਭ ਨੂੰ ਕੰਮ ਵੀ ਮਿਲੇਗਾ, ਭੱਤਾ ਵੀ ਮਿਲ ਜਾਏਗਾ। ਤੁਸੀਂ ਕਿੰਨਾ ਕੁ ਸਹਿਮਤ ਹੋ ਇਸ ਚੀਜ਼ ਤੋਂ? ਮੈਂ ਬਲਵਿੰਦਰ ਜੀ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ ਤਰਲੋਚਨ ਜੀ ਦੀ ਗੱਲ ਦਾ ਜਵਾਬ ਦੇਣਾ ਚਾਹਾਂਗਾ ਕਿ ਉਹਨਾਂ ਦੀ ਗੱਲ ਦਾ ਮੈਂ ਇੱਕ ਛੋਟੇ ਜਿਹੇ ਫਰੇਜ਼ ਦੇ ਨਾਲ ਇਹ ਜਵਾਬ ਦਿੰਦਾ ਕਿ ਇੱਕ ਵਾਰ ਜਦੋਂ ਸੂਰਜ ਛਿਪਣ ਲੱਗਿਆ ਸੀ ਤਾਂ ਉਸਨੇ ਕਿਹਾ ਕਿ ਮੇਰੇ ਜਾਣ ਤੋਂ ਬਾਅਦ ਦੁਨੀਆ ਨੂੰ ਰੋਸ਼ਨੀ ਕੌਣ ਦਿਖਾਏਗਾ। ਤਾਂ ਇੱਕ ਮੋਮਬੱਤੀ ਸਾਹਮਣੇ ਆਈ, ਉਹਨੇ ਕਿਹਾ ਵੀ ਮੈਂ ਤੇਰੇ ਜਿੰਨੀ ਰੋਸ਼ਨੀ ਤਾਂ ਨਹੀਂ ਕਰ ਸਕਦੀ ਪਰ ਮੈਂ ਕੋਸ਼ਿਸ਼ ਕਰਾਂਗੀ। ਜੋ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਸੀ ਜਿੰਨਾ ਉਸ ਤੋਂ ਕੋਸ਼ਿਸ਼ ਹੋ ਸਕੀ ਉਹਨਾਂ ਨੇ ਕੀਤਾ। ਇੱਕ ਇਹ ਕਾਂਗਰਸ ਵਾਲੇ ਅੱਜ ਵਾਅਦਾ ਕਰ ਰਹੇ ਆ ਕਿ ਅਸੀਂ 2500 ਰੁਪਏ ਦਵਾਂਗੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅੱਜ ਨੌਕਰੀਆਂ ਦਿੱਤੀਆਂ ਚਾਹੇ ਉਹ ਕੰਟਰੈਕਟ ਬੇਸਿਸ ਤੇ ਆ ਉਹ 12000 15000 ਰੁਪਏ ਦੀ। ਔਰ ਪਿਛਲੇ ਸਾਡੇ ਨਾਲ ਆਪਣਾ ਪੰਜਾਬ ਪਾਰਟੀ ਦੇ ਮੈਂਬਰ ਬੈਠੇ ਆ, ਇਹਨਾਂ ਨੂੰ ਪਤਾ ਹੈ ਕਿ ਕਿੰਨੇ ਸਰਕਾਰੀ ਵਕੀਲ ਪਿਛਲੇ ਟਾਈਮ ਦੇ ਵਿੱਚ ਪਹਿਲਾਂ ਕੰਟਰੈਕਟਰ ਤੇ ਰੱਖੇ ਔਰ ਬਾਅਦ ਦੇ ਵਿੱਚ ਪੱਕੇ ਭਰਤੀ ਕੀਤੇ ਗਏ। ਔਰ ਮੈਂ ਇਹ ਸਮਝਦਾ ਕਿ ਕੋਸ਼ਿਸ਼ ਇੱਕ ਬਹੁਤ ਜ਼ਰੂਰੀ ਹੈਗੀ ਆ। ਔਰ ਨਾਲ ਦੀ ਨਾਲ ਮੈਂ ਧਾਰਨੀ ਸਾਹਿਬ ਇੱਕ ਚੀਜ਼ ਮੈਂ ਇਸ ਵੀ ਐਡ ਕਰਨੀ ਚਾਹੁੰਦਾ, ਇਹ ਜਿਹੜਾ 12000 15000 ਤਾਂ ਉਹਨਾਂ ਨੂੰ ਮਿਲਿਆ ਜਿਹੜੇ ਅਪਰ ਲੈਵਲ ਤੇ ਜੌਬ ਕਰ ਰਹੇ ਆ। ਜਿਹੜੇ ਕਲੈਰੀਕਲ ਲੈਵਲ ਤੇ ਹੈ 4th ਕਲਾਸ ਆ ਉਹ ਤਾਂ 4-4 5-5 ਹਜ਼ਾਰ ਰੁਪਏ ਮਹੀਨਾ ਤਨਖਾਹ ਤੇ ਕੰਮ ਕਰ ਰਹੇ ਆ। 2500 ਤੋਂ ਤਾਂ ਉੱਪਰ ਹੈ ਨਾ ਜੀ, 2500 ਤੋਂ ਤਾਂ ਉੱਪਰ ਹੈ। ਉਹਦੇ ਅਲਾਉਂਸ ਹੈ ਜੀ, ਉਹ ਇੱਕ ਮਿੰਟ ਠਹਿਰੋ ਜੀ, ਉਹ ਸੈਲਰੀ ਨਹੀਂ ਹੈ, ਅਲਾਉਂਸ ਹੈ। ਦੇਖੋ ਤੁਸੀਂ 1000 ਰੁਪਏ ਪ੍ਰੋਮਿਸ ਦਿੱਤਾ ਤਾਂ ਨਹੀਂ। ਮੈਂ ਛੋਟੀ ਮਾਨ ਸਾਹਿਬ ਦੀ ਇੱਕੋ ਗੱਲ ਹੈ ਕਿ ਨਾ ਕਿ ਇਹਨਾਂ ਨੇ ਕਿਸਾਨਾਂ ਦੇ ਨਾਲ ਬੋਨਸ ਦਾ ਵਾਅਦਾ ਕਰਕੇ 10-20 ਰੁਪਏ ਦੇ ਬੋਨਸ 30 ਰੁਪਏ ਉਹ ਨਹੀਂ ਦਿੱਤਾ। ਕਿਸਾਨਾਂ ਦਾ ਬਿਜਲੀ ਪਾਣੀ ਫ੍ਰੀ ਦੀ ਗੱਲ ਕਰਕੇ ਉਹ ਨਹੀਂ ਦਿੱਤੀ। ਐਮਪਲੋਇਮੈਂਟ ਸਾਰੀਆਂ ਜਿੰਨੀਆਂ ਸੀ ਅਬੋਲਿਸ਼ ਕਰ ਦਿੱਤੀਆਂ। ਰਾਏ ਸਾਹਿਬ ਤੁਹਾਡੀ ਪਾਰਟੀ ਦੇ ਹੀ ਬੋਲ ਰਹੇ ਉਹਨਾਂ ਨੂੰ ਬੋਲ ਲੈਣ ਦਿਓ ਇੱਕ ਵਾਰ। ਸਾਰਾ ਕੁਝ ਠੀਕ ਤੁਹਾਡੀ ਪਾਰਟੀ ਦੇ ਹੀ ਨੁਮਾਇੰਦੇ ਬੋਲ ਰਹੇ ਉਹਨਾਂ ਨੂੰ ਇੱਕ ਵਾਰੀ ਬੋਲ ਲੈਣ ਦਿਓ। ਆਪਣੀ ਪਾਰਟੀ ਦੇ ਹੀ ਸ਼ਖਸ ਤੁਸੀਂ ਗੱਲ ਕੱਟ ਰਹੇ ਹੋ। ਮੈਂ ਤੁਹਾਨੂੰ ਦੱਸਦਾ ਜੀ ਪੰਜਾਬ ਦੇ ਵਿੱਚ ਜਿਹੜੀਆਂ ਇੰਪਲਾਇਮੈਂਟ ਪੰਜਾਬ ਗਵਰਨਮੈਂਟ ਦੀਆਂ ਇੰਪਲਾਇਮੈਂਟ ਏਜੰਸੀਜ਼ ਹੈਗੀਆਂ ਉਸ ਦੇ ਵਿੱਚ 3,61,299 ਐਪਲੀਕੇਸ਼ਨ ਪੈਂਡਿੰਗ ਹੈ ਜੀ, ਜਿਹਦੇ ਵਿੱਚੋਂ 2,92,238 ਹੈ ਜਿਹੜੀ ਉਹ ਸਕਿਲਡ ਵਰਕਰ ਦੀ ਹੈਗੀ ਹੈ ਔਰ ਤਕਰੀਬਨ 6961 ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ ਅਨਸਕਿਲਡ ਦੀ ਹੈਗੀ ਹੈ। ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਤਰਲੋਚਨ ਜੀ ਉਹਨਾਂ ਦੀ ਕਰਦੇ ਆ ਨਾ ਲੋਕਾਂ ਲਈ ਕਿ ਪੰਜਾਬ ਦੇ ਵਿੱਚ ਤਕਰੀਬਨ 3.5 ਲੱਖ ਸਟੂਡੈਂਟਸ ਸੀ ਜਿਨ੍ਹਾਂ ਨੇ ਬੀਐਡ ਕੀਤੀ ਜਾਂ ਈਟੀਟੀ ਕੀਤੀ ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨਾਂ ਟੀਚਰਾਂ ਦੇ ਵਿੱਚੋਂ ਜਿਹੜਾ ਟੀਈਟੀ ਟੈਸਟ ਸੀ ਉਹ ਸਿਰਫ 24,000 ਬੰਦਿਆਂ ਨੇ ਪਾਸ ਕੀਤਾ। ਔਰ ਤੁਸੀਂ ਕਹਿੰਦੇ ਆ ਕਿ ਜਿਹੜੇ ਬੰਦੇ ਬਿਲਕੁਲ ਬੇਫਜ਼ੂਲ ਹੈਗੇ ਆ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈਗੀ, ਜਿਹੜੇ ਇੰਟੈਲੀਜੈਂਟ ਨਹੀਂ ਹੈਗੇ, ਪੜ੍ਹੇ ਲਿਖੇ ਨਹੀਂ ਹੈਗੇ, ਉਹ ਟੈਸਟਾਂ ਦੇ ਵਿੱਚ ਫੇਲ ਹੋ ਰਹੇ ਆ। ਉਹਨਾਂ ਨੂੰ ਇੱਕ ਜਿਹੜਾ ਕਾਲਰ ਨੇ ਵੀ ਮੁੱਦਾ ਚੱਕਿਆ ਸੀਗਾ ਧਾਰਨੀ ਸਾਹਿਬ, ਜੋ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਕਾਲਰ ਨੇ ਵੀ ਸਵਾਲ ਪੁੱਛਿਆ ਸੀ ਦਿੱਤੀ ਜਾਏਗੀ। ਕਾਲਰ ਨੇ ਵੀ ਸਵਾਲ ਪੁੱਛਿਆ ਸੀ ਕਿ ਟੈਟ ਲੀਕ ਹੋਇਆ ਸੀਗਾ, ਉਹ ਵੀ ਲੋਕ ਜਿਹੜੇ ਆ ਉਹ ਨੌਕਰੀ ਕਰ ਰਹੇ ਨੇ ਇਸ ਵੇਲੇ ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ। ਇਹ ਮੇਰਾ ਸਵਾਲ, ਇਹ ਕਾਲਰ ਦਾ ਸਵਾਲ ਸੀ, ਮੇਰਾ ਸਵਾਲ ਨਹੀਂ ਹੈ। ਨਹੀਂ ਉਹਦੇ ਨਾਲ ਤਾਂ ਉਹ ਜਿਹੜਾ ਉਹ ਮੈਂ ਦੱਸਦਾ ਜੀ ਉਹ ਜਿਹੜਾ ਟੈਸਟ ਹੈ ਜੇ ਲੀਕ ਹੋਇਆ ਸੀ ਤਾਂ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਸ ਹੋਣੇ ਚਾਹੀਦੇ ਸੀ। ਇਹ ਤਾਂ 3.5 ਲੱਖ ਬੰਦੇ ਦੇ ਵਿੱਚੋਂ ਸਾਰੇ ਹੀ 24,000 ਪਾਸ ਹੋ ਰਹੇ ਆ ਤੇ ਲੀਕ ਵਾਲੀ ਗੱਲ ਕਿੱਥੇ ਰਹਿ ਗਈ ਜੀ। ਸੋ ਮੇਰਾ ਇਹਨਾਂ ਨੂੰ ਕਾਂਗਰਸ ਨੂੰ ਵੀ
ਇਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਅਸੀਂ ਜੀ ਪਲੈਨਿੰਗ ਕਰ ਰਹੇ ਹਾਂ। ਜੇ ਇਹ ਪਲੈਨਿੰਗ ਕਰ ਰਹੇ ਆ ਤਾਂ ਜਿਹੜਾ ਇਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਉਹ ਬਿਨਾਂ ਪਲੈਨਿੰਗ ਤੋਂ ਹੀ ਕਰ ਦਿੱਤਾ ਅੱਛਾ ਸੀ। ਅੱਛਾ ਧਾਰਨੀ ਸਾਹਿਬ ਦੇਖੋ, ਜਿਹੜਾ ਤੁਸੀਂ ਮੈਂ ਸਾਰਿਆਂ ਨੂੰ ਇੱਕੋ ਜਿਹਾ ਸਵਾਲ ਪੁੱਛ ਰਿਹਾ, ਪਰ ਤੁਸੀਂ ਇਸ ਤਰ੍ਹਾਂ ਜਵਾਬ ਦੇ ਰਹੇ ਹੋ ਕਿ ਜਿਸ ਤਰ੍ਹਾਂ ਤੁਹਾਡੀ ਅੱਗੇ ਵਾਸਤੇ ਇੱਕ ਪਲੈਨਿੰਗ ਹੈ ਨਹੀਂ ਹੈ, ਕਾਂਗਰਸ ਪਲੈਨਿੰਗ ਕਰਦੀ ਨਜ਼ਰ ਆ ਰਹੀ। ਤੁਸੀਂ ਇਹ ਚੀਜ਼ ਹਰ ਵਾਰ ਇਹੀ ਕਰ ਰਹੇ ਹੋ, ਇਹ ਕਿਵੇਂ ਕਰਨਗੇ, ਇਹ ਕਿਵੇਂ ਕਰਨਗੇ? ਤੁਸੀਂ ਪਹਿਲਾਂ ਵੀ ਇਹੀ ਗੱਲ ਕਹੀ ਕਿ ਤੁਸੀਂ ਇਹ ਪੱਕਾ ਮੰਨ ਕੇ ਬੈਠੇ ਹੋ ਕਿ ਜਿਹੜਾ ਤੁਹਾਨੂੰ ਹੁਣ ਲੋਕ ਨਹੀਂ ਲੈ ਕੇ ਆ ਰਹੇ ਅੱਗੇ? ਨਹੀਂ, ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੰਜਾਬ ਦੇ ਵਿੱਚ ਦੁਬਾਰਾ ਡਿਵੈਲਪਮੈਂਟ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਆਏਗੀ ਔਰ ਉਹਨਾਂ ਦੀ ਪੂਰੀ ਪਲੈਨਿੰਗ ਇਸ ਗੱਲ ਤੇ ਕੀਤੀ ਵੀ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਇਨਸਾਫ ਔਰ ਇੰਪਲੋਇਮੈਂਟ ਅਸੀਂ ਕਿਸ ਤਰ੍ਹਾਂ ਦੇਣੀ ਹੈਗੀ ਆ, ਜਿਵੇਂ ਕਿ ਪਿਛਲੇ ਟਾਈਮ ਦੇ ਵਿੱਚ ਦਿੱਤੀ ਹੈ। ਔਰ ਅਸੀਂ ਵਕਤ ਕਾਫੀ ਇਸ ਦੇ ਵਿੱਚ ਹੀ ਹੋ ਗਿਆ। ਮੈਂ ਮਾਫੀ ਚਾਹੂੰਗਾ ਸਭ ਤੋਂ ਕਿ ਮੈਂ ਸਾਰਿਆਂ ਨੂੰ ਇਹ ਗੱਲ ਨਹੀਂ ਲੈ ਪਾ ਰਿਹਾ। ਇੱਕ ਮੈਂ ਠੀਕ ਹੈ ਤਰਲੋਚਨ ਜੀ, ਲਾਸਟ ਕਮੈਂਟ ਇੱਕ ਤੁਹਾਡੇ ਕੋਲ ਜ਼ਰੂਰ ਲੈਣਾ ਚਾਹੂੰਗਾ। ਮੈਂ ਮਾਫੀ ਚਾਹੂੰਗਾ, ਵਕਤ ਖਤਮ ਹੋ ਰਿਹਾ। ਤਰਲੋਚਨ ਜੀ, ਲਾਸਟ ਕਮੈਂਟ ਤੁਹਾਡੇ ਤੋਂ ਇਸ ਮੁੱਦੇ ਦੇ ਉੱਪਰ ਲੈਣਾ ਚਾਹੂੰਗਾ। ਸਾਰਿਆਂ ਦੀ ਗੱਲਾਂ ਤੁਸੀਂ ਸੁਣੀਆਂ। ਬਲਵਿੰਦਰ ਜੀ, ਮੈਂ ਨਾ ਇੱਕ ਪੁਆਇੰਟ ਜਿਹੜਾ ਮੋਸਟਲੀ ਮਿਸ ਹੋ ਜਾਂਦਾ ਮੈਂ ਕਰਨਾ ਚਾਹੁੰਦਾ। ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੀ ਪਰ ਮੰਥ ਸੈਲਰੀ ਮਿਲਦੀ ਹੈ 2365 ਕਰੋੜ ਰੁਪਈਆ ਸੈਲਰੀ ਦਾ ਖਰਚ ਹੁੰਦਾ ਹੈ ਔਰ ਆਮ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਮੁਲਾਜ਼ਮਾਂ ਤੇ ਜਿਹੜਾ ਤਨਖਾਹਾਂ ਤੇ ਜਾਂ ਹੋਰ ਖਰਚੇ ਜਿਹੜੇ ਨੇ ਪੂਰੇ ਬਜਟ ਦਾ 60-70% ਹੋ ਜਾਂਦਾ। ਮੁਲਾਜ਼ਮਾਂ ਨੂੰ ਅਸੀਂ ਬਹੁਤ ਕੁਝ ਦਿੰਦੇ ਆ, ਪਰ ਮੋਟੇ ਤੌਰ ਤੇ ਇਹ ਗੱਲ ਨਹੀਂ ਦੱਸੀ ਜਾਂਦੀ। ਫਾਰ ਐਗਜ਼ਾਮਪਲ ਮੈਂ ਕਹਿੰਦਾ ਜੇ ਮੁਲਾਜ਼ਮਾਂ ਨੂੰ ਇੰਨੀਆਂ ਤਨਖਾਹਾਂ ਮਿਲਦੀਆਂ, ਖਰਚਾ ਪੈਂਦਾ, ਤੇ ਫਿਰ ਘਟਾਉਂਦੇ ਕਿਉਂ ਨਹੀਂਗੇ? ਉਦਾਹਰਨ ਦੇ ਤੌਰ ਤੇ ਪੰਜਾਬ ਪੁਲਿਸ 'ਚ 75,000 ਮੁਲਾਜ਼ਮ ਤੇ ਅਧਿਕਾਰੀ ਨੇ। ਹੁਣ ਉਹ ਜਿਹੜਾ ਪੰਜਾਬ ਪੁਲਿਸ ਹੈ ਡਿਪਾਰਟਮੈਂਟ ਹੈ ਉਹ ਤੇ ਮੁਲਾਜ਼ਮਾਂ ਨੇ ਚਲਾਉਣਾ ਨਾ। ਸੋ ਇਸੇ ਤਰ੍ਹਾਂ ਹੈਲਥ ਡਿਪਾਰਟਮੈਂਟ ਹੈ, ਉੱਥੇ ਡਾਕਟਰ ਨੇ, ਨਰਸਾਂ ਨੇ। ਪੰਜਾਬ ਸਰਕਾਰ ਦੀ ਕਿਸੇ ਸਰਕਾਰ ਦੀ ਡਿਊਟੀ ਹੈ ਵੀ ਸਿਹਤ ਸਹੂਲਤਾਂ ਦੇਣੀਆਂ। ਇਸੇ ਤਰ੍ਹਾਂ ਆਪਣਾ ਇਰੀਗੇਸ਼ਨ ਡਿਪਾਰਟਮੈਂਟ ਹੈ, ਇਸੇ ਤਰ੍ਹਾਂ ਹੋਰ ਐਜੂਕੇਸ਼ਨ ਡਿਪਾਰਟਮੈਂਟ ਹੈ। ਉਹ ਮਤਲਬ ਇਹ 4-5 ਡਿਪਾਰਟਮੈਂਟਾਂ 'ਚ 2.5-3 ਲੱਖ ਇੰਪਲਾਈ ਕੰਮ ਕਰਦਾ ਹੈ। ਸੋ ਇਸ ਕਰਕੇ ਕਈ ਵਾਰੀ ਸਰਕਾਰ ਇਹ ਕਹਿੰਦੀ ਵੀ ਅਸੀਂ ਤਾਂ ਬਹੁਤ ਕੁਝ ਦੇ ਰਹੇ ਹਾਂ ਮੁਲਾਜ਼ਮਾਂ ਨੂੰ ਨਹੀਂ ਦੇ ਰਹੇ, ਉਹ ਡਿਪਾਰਟਮੈਂਟ ਨੂੰ ਦੇ ਰਹੇ ਆ, ਤਾਂ ਡਿਪਾਰਟਮੈਂਟ ਲੋਕਾਂ ਨੂੰ ਸੇਵਾਵਾਂ ਦੇ ਰਿਹਾ। ਸੋ ਮੇਰਾ ਤਾਂ ਫਿਰ ਇਹੀ ਸਵਾਲ ਹੈ ਵੀ 2365 ਕਰੋੜ ਪਰ ਮੰਥ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਤਨਖਾਹਾਂ ਤੇ ਖਰਚ ਆਉਂਦਾ ਹੈ। ਇੰਨਾ ਭਾਰਾ ਖਰਚ ਹੈ ਔਰ ਹਾਲੇ ਹੋਰ 50 ਲੱਖ ਕਹਿੰਦੇ ਭਰਤੀ ਕਰਨੀ ਹੈ। 2315 ਕਰੋੜ ਦਾ ਅੰਕੜਾ ਕਿੱਥੇ ਚੱਲ ਜਾਏਗਾ? ਮੈਨੂੰ ਲੱਗਦਾ ਵੀ ਇਹ ਬੜਾ ਮੁਸ਼ਕਲ ਮੁੱਦਾ ਹੈ ਔਰ ਇਹਨੂੰ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ ਤੇ ਉਹਦੇ ਲਈ ਸਭ ਤੋਂ ਵੱਡਾ ਹੱਲ ਹੀ ਇਹੀ ਹੈ। ਮਤਲਬ ਇਹ ਗੱਲ ਤਾਂ ਬਹੁਤ ਪ੍ਰੂਵਨ ਹੈ ਕਿ ਬਹੁਤ ਵੱਡੀ ਚੁਣੌਤੀ ਰਹਿਣ ਵਾਲੀ ਹੈ ਜਿਸ ਦੀ ਵੀ ਸਰਕਾਰ ਆਉਂਦੀ ਹੈ। ਮੈਂ ਮਾਫੀ ਚਾਹੂੰਗਾ ਸਾਰੇ ਮਹਿਮਾਨਾਂ ਦੀ, ਮੈਂ ਸਾਰੀ ਗੱਲ ਨਹੀਂ ਰੱਖ ਸਕਿਆ, ਪਰ ਜਿੰਨੀ ਤੁਸੀਂ ਗੱਲ ਕਹੀ ਹੈ ਜ਼ਰੂਰ ਲੋਕਾਂ ਤੱਕ ਪਹੁੰਚੀ ਹੋਏਗੀ। ਮੈਂ ਧੰਨਵਾਦ ਕਰੂੰਗਾ ਸਾਰੇ ਮਹਿਮਾਨਾਂ ਦਾ। ਵਿਕਰਮ ਬਾਠ ਜੀ, ਮੈਂ ਪਲੀਜ਼, ਮੈਂ ਵਕਤ ਨਹੀਂ ਬਚਿਆ, ਮੈਂ ਹੁਣ ਹੋਰ ਗੱਲ ਕਿਸੇ ਨਾਲ ਨਹੀਂ ਕਰ ਪਾਊਂਗਾ। ਮੈਂ ਦਰਸ਼ਕਾਂ ਦਾ ਜਿਹੜਾ ਸਵਾਲ ਪੁੱਛਿਆ ਉਹਦੀ ਵੀ ਰਾਏ ਰੱਖਣੀ ਚਾਹੁੰਦਾ। ਜਿਹੜਾ ਤੁਹਾਨੂੰ ਅਸੀਂ ਸਵਾਲ ਪੁੱਛਿਆ ਸੀ ਕਿ ਪੰਜਾਬ 'ਚ ਨਵੀਂ ਸਰਕਾਰ ਲਈ ਨੌਜਵਾਨਾਂ ਨੂੰ ਨੌਕਰੀ ਦੇਣਾ ਵੱਡੀ ਚੁਣੌਤੀ ਹੋਏਗਾ, ਇਸ ਉੱਪਰ ਤੁਹਾਡੀ ਭਰਪੂਰ ਰਾਏ ਸਾਡੇ ਕੋਲ ਪਹੁੰਚੀ ਹੈ। 86% ਲੋਕਾਂ ਨੇ ਆਪਣੀ ਰਾਏ ਹਾਂ 'ਚ ਰੱਖੀ ਹੈ, 14% ਲੋਕਾਂ ਦੀ ਰਾਏ ਨਾ ਵਿੱਚ ਵੀ ਆਈ ਹੈ। ਤਾਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਾਰੇ ਮਹਿਮਾਨਾਂ ਦਾ। ਮਾਫੀ ਚਾਹੂੰਗਾ ਜਿਨ੍ਹਾਂ ਦੀ ਗੱਲ ਦੁਬਾਰਾ ਨਹੀਂ ਲੈ ਸਕਿਆ। ਤੇ ਜਿਹੜਾ ਹੈ ਇਹ ਚੁਣੌਤੀ ਬਹੁਤ ਵੱਡੀ ਰਹਿਣ ਵਾਲੀ ਹੈ। ਦੇਖਣਾ ਹੋਵੇਗਾ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਕਿਸ ਤਰ੍ਹਾਂ ਨਾਲ ਇਸ ਚੁਣੌਤੀ ਨਾਲ ਨਜਿੱਠਦੀ ਹੈ। ਬਹੁਤ ਬਹੁਤ ਧੰਨਵਾਦ।